ਸੋ +1 ਕਲਾਸ ਜੋ ਨੈਕਸਟ ਟੌਪਿਕ ਹੈ ਹੁਣ ਉਹ ਕੀ ਹੈ ਕਿ ਐਕਸਕ੍ਰੀਟਰੀ ਔਰਗਨਸ ਦੇਖਣੇ ਆ ਇਨ ਆਰਥਰੋਪੋਡਸ। ਆਰਥਰੋਪੋਡਸ ਦੇ ਵਿੱਚ ਤੁਹਾਡੇ ਕੋਲ ਆ ਜਾਂਦੇ ਇਨਸੈਕਟਸ, ਸੈਂਟੀਪੀਡਸ, ਮਿਲੀਪੀਡਸ ਐਂਡ ਅਰੈਕਨਿਡਸ ਆ ਜਾਂਦੇ ਆ। ਇਹਨਾਂ ਦੇ ਕੋਲ ਕੀ ਹੈ ਕਿ ਮੇਨ ਐਕਸਕ੍ਰੀਟਰੀ ਔਰਗਨ ਕੌਣ ਹੈ? ਮਾਲਪੀਗੀਅਨ ਟਿਬਿਊਲਸ ਹੈ। ਓਕੇ, ਇਹਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਹੁਣ ਦੱਸ ਦਿੱਤਾ ਵੀ ਕਾਕਰੋਚ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਨਸੈਕਟ ਦੇ ਅੰਡਰ ਹੀ ਆਉਂਦਾ। ਇਹਨਾਂ ਦੇ ਕੋਲ ਬਹੁਤ ਹੀ ਜ਼ਿਆਦਾ ਫਾਈਨ ਅਨਬ੍ਰਾਂਚਡ ਜੈਲੋਇਸ਼ ਕਲਰ ਦੇ ਬਲਾਈਂਡ ਮਾਲਪੀਗੀਅਨ ਟਿਬਿਊਲਸ ਹੈ ਨਾ, ਜਿਨ੍ਹਾਂ ਦੇ ਕੋਲ ਕਿ ਇੱਕ ਮਤਲਬ ਓਪਨਿੰਗ ਜਿਹੜੀਆਂ ਹੈਗੀਆਂ ਘੱਟ ਹੀ ਹੋਣਗੀਆਂ ਨਾ, ਮਤਲਬ ਨਾ ਦੇ ਬਰਾਬਰ ਹੀ ਹੋਣਗੀਆਂ। ਠੀਕ ਹੈ, ਜਿਹੜੇ ਕਿ ਹੀਮੋਸੀਲ ਹੈ ਨਾ, ਠੀਕ ਹੈ, ਜੋ ਓਪਨ ਸਪੇਸ ਜਿਹੜੀ ਹੈਗੀ ਕਾਕਰੋਚ ਦੇ ਅੰਦਰ, ਠੀਕ ਹੈ, ਸੋ ਉਹਦੇ ਵਿੱਚ ਕੀ ਕਰਦੇ ਰਹਿੰਦੇ ਆ? ਫਰੀਲੀ ਫਲੋਟ ਕਰਦੇ ਰਹਿੰਦੇ ਆ। ਠੀਕ ਹੈ, ਮਾਲਪੀਗੀਅਨ ਟਿਬਿਊਲਸ ਹੈ। ਇਹਦੇ ਵਿੱਚ ਜਾ ਕੇ ਖੁੱਲ ਜਾਂਦੇ ਆ, ਐਲੀਮੈਂਟਰੀ ਕੈਨਾਲ ਦੇ ਵਿੱਚ ਖੁੱਲ ਜਾਂਦੇ ਆ, ਖਾਸ ਤੌਰ 'ਤੇ ਮਿਡ ਗਟ ਅਤੇ ਹਾਈਂਡ ਗਟ। ਆ ਦੇਖੋ, ਜੇਕਰ ਮੈਂ ਤੁਹਾਨੂੰ ਡਾਇਗਰਾਮ ਦਿਖਾਵਾਂ, ਆਹ ਮਾਲਪੀਗੀਅਨ ਟਿਬਿਊਲ ਹੈ। ਠੀਕ ਹੈ, ਕਾਕਰੋਚ ਦੇ ਵਿੱਚ। ਸੋ ਇਹ ਕੀ ਉਹਦਾ ਮਿਡ ਗਟ, ਠੀਕ ਹੈ ਜੀ, ਇਹ ਉਹਦਾ ਹਾਈਂਡ ਗਟ ਹੈਗਾ, ਹੈ ਨਾ। ਸੋ ਮਿਡ ਗਟ ਦੇ ਵਿੱਚ ਉਹਨੇ ਦਿਖਾ ਦਿੱਤਾ ਅੰਦਰ ਵਾਲੇ ਪਾਸੇ ਨੂੰ ਪੈਰੀਟ੍ਰੋਫਿਕ ਮੈਂਬਰੇਨ ਹੈਗੀ ਹੈ। ਠੀਕ ਹੈ ਜੀ, ਹਾਈਂਡ ਗਟ ਦੇ ਬਹੁਤ ਸਾਰੇ ਪਾਰਟਸ, ਇਲੀਅਮ ਹੈ ਨਾ, ਕੋਲੋਨ, ਠੀਕ ਹੈ, ਰੈਕਟਮ ਅਤੇ ਕਿਊਟੀਕਲ ਹੈ ਪ੍ਰੈਜੈਂਟ ਹੈਗੀ ਹੈ। ਓਕੇ, ਸੋ ਮਿਡ ਗਟ ਅਤੇ ਹਾਈਂਡ ਗਟ ਇਹ ਦੋ ਪਾਰਟਸ ਹੈ। ਇਹ ਟਰਾਂਸਵਰਸ ਸੈਕਸ਼ਨ ਦਿਖਾਇਆ ਹੋਇਆ ਮਾਲਪੀਗੀਅਨ ਟਿਬਿਊਲ ਦਾ ਨਾ, ਟਰਾਂਸਵਰਸ ਸੈਕਸ਼ਨ ਕੱਟ ਕੇ ਦਿਖਾਇਆ ਹੋਇਆ। ਉਹਦੇ ਅੰਦਰ ਬਰਸ਼ ਬਾਰਡਰ, ਖਾਲੀ ਜਗ੍ਹਾ, ਲਿਊਮਨ, ਇਹ ਬੇਸਮੈਂਟ ਮੈਂਬਰੇਨ ਹੈਗੀ ਹੈ ਅਤੇ ਸੈਲਜ਼ ਹੈਗੇ ਨੇ ਉਹਦੇ ਅੰਦਰ। ਓਕੇ, ਠੀਕ ਹੈ, ਸੋ ਐਲੀਮੈਂਟਰੀ ਕਨਾਲ ਦੇ ਵਿੱਚ ਖੁੱਲ ਜਾਂਦੇ ਆ। ਠੀਕ ਹੈ, ਖਾਸ ਤੌਰ 'ਤੇ ਜਿੱਥੇ ਮਿਡ ਗਟ ਅਤੇ ਹਾਈਂਡ ਗਟ ਹੈ ਉੱਥੇ ਖੁੱਲ ਜਾਂਦੇ ਆ, ਹੈ ਨਾ। ਹਰ ਇੱਕ ਟਿਬਿਊਲ ਦੇ ਅੰਦਰ ਲਾਈਨਿੰਗ ਬਣੀ ਹੋਈ ਹੈ ਕਾਹਦੀ? ਟਿਊਬਾਇਡਲ ਐਪੀਥੀਲੀਅਮ ਦੀ, ਮਤਲਬ ਲਾਰਜ ਗਲੈਂਡਸ ਵਾਲੇ ਜਿਹੜੇ ਆ ਉਹ ਵੱਡੇ ਵੱਡੇ ਜਿਹੜੇ ਸੈਲਜ਼ ਹੈ, ਠੀਕ ਹੈ, ਉਹਦੀ ਲਾਈਨਿੰਗ ਇਹਨਾਂ ਦੇ ਅੰਦਰ ਹੁੰਦੀ ਹੈ। ਠੀਕ ਹੈ ਜੀ, ਜਿਹੜੇ ਸੈਲਜ਼ ਕੇ ਨਾ, ਆ ਗਲੈਂਡੂਲਰ ਸੈਲ, ਜਿਹੜੇ ਡਾਇਗਰਾਮ ਦਿਖਾਇਆ ਟ੍ਰਾਂਸਵਰਸ ਸੈਕਸ਼ਨ, ਉਹ ਗਲੈਂਡੂਲਰ ਸੈਲਜ਼ ਹੀ ਹੈਗੇ ਨੇ। ਸੈਲਜ਼ ਦੇ ਕੋਲ ਬਰਸ਼ ਬਾਰਡਰਸ ਮੈਂ ਤੁਹਾਨੂੰ ਦੱਸ ਦਿੱਤਾ, ਜਿਹੜੇ ਕਿ ਬੇਸਮੈਂਟ ਮੈਂਬਰੇਨ ਦੇ ਉੱਤੇ ਰੈਸਟ ਕਰ ਰਹੇ ਆ। ਠੀਕ, ਸੋ ਇਹਨਾਂ ਮਾਲਪੀਗੀਅਨ ਟਿਬਿਊਲਸ ਦੇ ਆਲੇ ਦੁਆਲੇ, ਠੀਕ ਹੈ, ਇਲਾਸਟਿਕ ਕਨੈਕਟਿਵ ਟਿਸ਼ੂ ਜਿਹੜਾ ਹੈਗਾ ਪ੍ਰੈਜੈਂਟ ਹੈ, ਮਸਲ ਫਾਈਬਰਸ ਪ੍ਰੈਜੈਂਟ ਹੈ। ਟਿਬਿਊਲਸ ਜਿਹੜੇ ਹੈਗੇ ਆ ਕੀ ਕਰਦੇ ਆ? ਪੈਰੀਸਟੈਰਿਸਿਸ ਕਰਦੇ, ਮੀਨਸ ਕਿ ਹੌਲੀ ਹੌਲੀ ਮੂਵਮੈਂਟਸ ਕਰਦੇ ਹੈਗੇ ਆ। ਠੀਕ ਹੈ, ਤਾਂ ਜੋ ਵੇਸਟ ਮੈਟਰ ਜਿਹੜਾ ਹੈਗਾ ਨਾ ਉਹਨੂੰ ਮੂਵ ਕਰਵਾਉਣ ਅਤੇ ਐਲੀਮੀਨੇਸ਼ਨ ਦੇ ਲਈ ਬਾਹਰ ਲੈ ਕੇ ਜਾਣ। ਠੀਕ ਹੈ, ਫੰਕਸ਼ਨਲੀ ਹਰ ਇੱਕ ਮਾਲਪੀਗੀਅਨ ਟਿਬਿਊਲ ਜਿਹੜਾ ਹੈਗਾ ਉਹਦੇ ਦੋ ਮੇਨ ਰੀਜਨ ਹੁੰਦੇ ਆ। ਇੱਕ ਉਹਦਾ ਡਿਸਟਲ ਪਾਰਟ ਹੁੰਦਾ, ਠੀਕ ਹੈ ਜੀ, ਜਿਹੜਾ ਕਿ ਕੀ ਕਰਦਾ? ਬਹੁਤ ਸਾਰੇ ਇਨਆਰਗੈਨਿਕ ਆਇਨਸ, ਯੂਰਿਕ ਐਸਿਡ, ਅਮਾਈਨੋ ਐਸਿਡਸ ਵਗੈਰਾ ਐਕਟਿਵ ਟਰਾਂਸਪੋਰਟ ਦੇ ਦੁਆਰਾ, ਵਾਟਰ ਦੇ ਦੁਆਰਾ, ਹੈ ਨਾ। ਠੀਕ ਹੈ, ਵਾਟਰ ਅਤੇ ਹੋਰ ਬਹੁਤ ਸਾਰੇ ਜਿਹੜੇ ਆਇਨਸ ਹੈ ਡਿਫਿਊਜ਼ਨ ਪ੍ਰੋਸੈਸ ਦੇ ਦੁਆਰਾ ਹੀਮੋਲਿੰਫ, ਹੈ ਨਾ, ਕਾਕਰੋਚ ਦੇ ਅੰਦਰ, ਠੀਕ ਹੈ, ਜਿਹੜਾ ਲਿਕੁਇਡ ਪਿਆ ਹੋਇਆ ਹੈ, ਠੀਕ ਹੈ ਨਾ। ਸੋ ਉਹਦੇ ਵਿੱਚੋਂ ਦੀ ਬਹੁਤ ਸਾਰੇ ਜਿਹੜੇ ਆਇਨਸ, ਯੂਰਿਕ ਐਸਿਡ, ਅਮਾਈਨੋ ਐਸਿਡਸ, ਆ ਦੇਖੋ ਤੁਸੀਂ, ਇੱਥੇ ਸਾਰਾ ਪਿਆ ਹੋਇਆ ਨਾ ਹੀਮੋਲਿੰਫ ਬਾਰ ਹੈ ਨਾ, ਉਹਦੇ ਵਿੱਚੋਂ ਦੀ ਯੂਰਿਕ ਐਸਿਡ, ਪੋਟਾਸ਼ੀਅਮ ਆਇਨ, ਸੋਡੀਅਮ ਆਇਨ, ਵਾਟਰ ਵਗੈਰਾ ਜਿਹੜੇ ਹੈਗੇ ਆ, ਉਹਨਾਂ ਨੂੰ ਮਾਲਪੀਗੀਅਨ ਟਿਬਿਊਲਸ ਜਿਹੜੇ ਹੈਗੇ ਆ ਓਬਜ਼ੋਰਬ ਕਰ ਲੈਂਦੇ ਆ। ਇਸ ਕਰਕੇ ਮਾਲਪੀਗੀਅਨ ਟਿਬਿਊਲ ਦਾ ਇਹ ਜਿਹੜਾ ਰੀਜਨ ਹੈ ਨਾ, ਹੁਣ ਕੀ ਹੋ ਚੁੱਕਾ? ਅਲਕੇਲਾਈਨ ਹੋ ਚੁੱਕਾ। ਅੱਛਾ, ਠੀਕ ਹੈ, ਇੱਥੋਂ ਦੀ ਕੀ ਹੈ ਕਿ ਐਕਸਟ੍ਰੈਕਟਡ ਮੈਟਰ ਜਿਹੜਾ ਹੈਗਾ ਸੋਲੂਸ਼ਨ ਫੋਰਮ ਦੇ ਵਿੱਚ ਹੁਣ ਮੂਵ ਕਰਨਾ ਸ਼ੁਰੂ ਕਰ ਦਿੰਦਾ। ਮਾਲਪੀਗੀਅਨ ਟਿਬਿਊਲ ਦੇ ਵਿੱਚ ਇਹ ਸਾਰੇ ਆਇਨਸ ਆ ਕੇ ਹੁਣ ਸੋਲੂਸ਼ਨ ਫੋਰਮ ਦੇ ਵਿੱਚ ਬਣ ਚੁੱਕੇ ਆ। ਉਹਨੂੰ ਅਸੀਂ ਕਹਿੰਦੇ ਨੇ ਪ੍ਰਾਇਮਰੀ ਯੂਰਿਨ, ਹੈ ਨਾ। ਹੁਣ ਪ੍ਰਾਇਮਰੀ ਯੂਰਿਨ ਜਿਹੜਾ ਹੈਗਾ ਉਹ ਈਲੀਅਮ ਪਾਰਟ ਦੇ ਵਿੱਚ, ਆ ਦੇਖੋ ਐਰੋ ਬਣਿਆ ਹੋਇਆ ਨਾ, ਉਹ ਈਲੀਅਮ ਪਾਰਟ ਦੇ ਵਿੱਚ ਹੁਣ ਜਾਣਾ ਸ਼ੁਰੂ ਹੋ ਜਾਏਗਾ। ਠੀਕ ਹੈ ਜੀ, ਇਹ ਦਿਖਾਇਆ ਕਿਹੜਾ ਪਾਰਟ ਦਿਖਾਇਆ? ਡਿਸਟਲ ਪਾਰਟ ਪ੍ਰੋਕਸੀਮਲ ਟਿਬਿਊਲ ਦਾ। ਠੀਕ ਹੈ ਜੀ, ਸੋ ਦਿਸ ਮਾਲਪੀਗੀਅਨ ਟਿਬਿਊਲ ਦਾ ਪ੍ਰੋਕਸੀਮਲ ਪਾਰਟ ਜਿਹੜਾ ਹੈਗਾ ਮਾਲਪੀਗੀਅਨ ਟਿਬਿਊਲ ਦਾ, ਉਹਦੇ 'ਚ ਕੀ ਹੋ ਰਿਹਾ ਕਿ CO2 ਜਿਹੜੀ ਹੈਗੀ ਆ ਉਹ ਹੀਮੋਲਿੰਫ ਤੋਂ, ਠੀਕ ਹੈ ਨਾ। ਸੋ ਇਹਦਾ ਜਿਹੜਾ ਨਿਊਮਨ ਪਾਰਟ ਆ ਦੇਖੋ ਟ੍ਰਾਂਸਫਰ ਸੈਕਸ਼ਨ 'ਚ ਦਿਖਾਇਆ ਨਾ, ਨਿਊਮਨ ਪਾਰਟ ਉਹਦੇ ਵਿੱਚ ਆ ਗਿਆ। ਹੀਮੋਲਿੰਫ ਤੋਂ CO2 ਜਿਹੜੀ ਹੈਗੀ ਹੈ ਇਹਦੇ ਪ੍ਰੋਕਸੀਮਲ ਪਾਰਟ ਦੇ ਵਿੱਚ ਆ ਜਾਂਦੀ ਹੈ। ਸੋ ਇਸ ਤਰੀਕੇ ਦੇ ਨਾਲ ਇਹ ਪਾਰਟ ਜਿਹੜਾ ਹੈਗਾ ਮਾਲਪੀਗੀਅਨ ਟਿਬਿਊਲ ਦਾ ਉਹ ਐਸਿਡਿਕ ਹੋ ਗਿਆ, ਕਿਉਂਕਿ ਇੱਥੇ ਇੱਕ ਗੈਸ ਆਈ ਹੈ ਨਾ। ਅੱਛਾ, ਠੀਕ ਹੈ, ਹੁਣ ਪਹਿਲਾਂ ਅਲਕੇਲਾਈਨ ਸੀਗਾ, ਇੱਕ ਪਾਰਟ ਅਲਕੇਲਾਈਨ ਸੀਗਾ, ਇੱਕ ਪਾਰਟ ਇਹਦਾ ਐਸਿਡਿਕ ਸੀਗਾ। ਇਸ ਕਰਕੇ ਯੂਰਿਕ ਐਸਿਡ ਦੇ ਇੱਥੇ ਹੁਣ ਪ੍ਰੈਸੀਪੀਟੇਟ ਬਣਨੇ ਸ਼ੁਰੂ ਹੋ ਜਾਣੇ ਆ। ਵਾਟਰ, ਆਇਨਸ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਯੂਜ਼ਫੁਲ ਮਟੀਰੀਅਲਸ ਹੈ ਨਾ, ਉਹ ਹਜੇ ਤੱਕ ਫਿਰ ਤੋਂ ਦੁਬਾਰਾ ਰੀਐਬਜ਼ੋਰਬ ਹੋ ਰਹੇ ਆ, ਕਿਉਂਕਿ ਦੇਖੋ ਪੂਰੀ ਤਰੀਕੇ ਨਾਲ ਵੇਸਟ ਹੀ ਜਾਣੀ ਚਾਹੀਦੀ ਹੈ। ਵੇਸਟ ਜਿਹੜੀ ਹੈਗੀ ਹੈ, ਠੀਕ ਹੈ, ਇੱਥੇ ਤੱਕ ਪਹੁੰਚ ਚੁੱਕੀ ਹੈ, ਹੈ ਨਾ, ਫਿਰ ਇੱਥੇ ਪਹੁੰਚ ਜਾਏਗੀ। ਪਰ ਇਹਦੇ ਵਿੱਚੋਂ ਦੀ ਹਜੇ ਵੀ ਕੁਝ ਜ਼ਰੂਰੀ ਆਇਨਸ ਜਿਹੜੇ ਹੈਗੇ ਆ, ਠੀਕ ਹੈ ਜੀ, ਵਾਟਰ ਜਿਹੜਾ ਹੈਗਾ ਹਜੇ ਤੱਕ ਹੋਰ ਵੀ ਜ਼ਿਆਦਾ ਐਬਜ਼ੋਰਬ ਹੋ ਰਿਹਾ, ਠੀਕ ਹੈ, ਤਾਂ ਜੋ ਜਿਹੜੀ ਵੇਸਟ ਹੈ ਪੂਰੀ ਤਰੀਕੇ ਨਾਲ ਪੂਰੀ ਵੇਸਟ ਹੀ ਨਿਕਲੇ, ਹੈ ਨਾ। ਸੋ ਇਹ ਜਿਹੜੀ ਕੰਸਟਰਕਸ਼ਨ ਹੋ ਰਹੀ ਹੈ ਟਿਬਿਊਲਸ ਦੀ, ਠੀਕ ਹੈ, ਪ੍ਰੈਸੀਪੀਟੇਟਸ ਜਿਹੜੇ ਬਣ ਗਏ ਸੀਗੇ, ਹੈ ਨਾ, ਠੀਕ ਹੈ, ਕਿਉਂਕਿ ਐਸਿਡਿਕ ਮੀਡੀਅਮ ਹੋ ਚੁੱਕਾ ਸੀਗਾ, ਹੈ ਨਾ। ਵਾਟਰ ਆਇਨਸ, ਹੋਰ ਬਹੁਤ ਸਾਰੇ ਜਿਹੜੇ ਮਟੀਰੀਅਲਸ ਰੀਅਬਜ਼ੋਰਬ ਹੋ ਗਏ, ਠੀਕ ਹੈ, ਤਾਂ ਕੀ ਬਣ ਗਿਆ? ਫਾਈਨਲ ਯੂਰਿਨ ਬਣ ਗਿਆ। ਪਹਿਲਾਂ ਪ੍ਰਾਇਮਰੀ ਯੂਰਿਨ ਸੀਗਾ, ਹੁਣ ਫਾਈਨਲ ਯੂਰਿਨ ਬਣ ਗਿਆ। ਟਿਬਿਊਲਸ ਦੀ ਕੰਸਟਰਕਸ਼ਨ ਹੋ ਗਈ ਹੈ। ਪ੍ਰੈਸੀਪੀਟੇਟਸ ਵੀ ਜਿਹੜੇ ਹੈਗੇ ਆ ਹੁਣ ਗੱਟ ਦੇ ਵਿੱਚ ਪਹੁੰਚ ਚੁੱਕੇ ਆ। ਹੋਰ ਵੀ ਬਹੁਤ ਸਾਰੇ ਆਇਨਸ, ਵਾਟਰ ਇੱਥੇ ਵੀ ਪਹੁੰਚ ਕੇ ਇਹਦੇ ਵਿੱਚ ਵੀ ਰੀਅਬਜ਼ੋਰਪਸ਼ਨ ਹੋ ਰਹੀ ਹੈ ਹਾਈਂਡ ਗੱਟ ਦੇ ਵਿੱਚੋਂ ਦੀ, ਅਤੇ ਆਲਮੋਸਟ ਸੋਲਿਡ ਯੂਰਿਕ ਐਸਿਡ ਜਿਹੜਾ ਹੈਗਾ ਉਹ ਫਾਈਨਲੀ ਐਲੀਮੀਨੇਟ ਕੀਤਾ ਜਾ ਰਿਹਾ ਫੀਸਿਸ ਦੇ ਨਾਲ।
ਐਕਸਕ੍ਰੀਸ਼ਨ ਜਿਹੜੀ ਗੱਟ ਦੇ ਵਿੱਚੋਂ ਦੀ ਹੋ ਰਹੀ ਹੈ, ਠੀਕ ਹੈ, ਇਹ ਬਹੁਤ ਹੀ ਇਹਦੇ ਲਈ ਜ਼ਰੂਰੀ ਹੈ, ਠੀਕ ਹੈ, ਕੋਕਰੋਚ ਦੇ ਲਈ, ਕਿਉਂਕਿ ਇਹਦੇ 'ਚ ਵਾਟਰ ਕੰਜ਼ਰਵ ਰਹਿੰਦਾ, ਠੀਕ ਹੈ ਜੀ, ਕਿਉਂਕਿ ਕੋਕਰੋਚ ਦੇ ਲਈ ਵਾਟਰ ਨੂੰ ਕੰਜ਼ਰਵ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਦੇ ਡਜ਼ ਨੋਟ ਡਰਿੰਕ ਵਾਟਰ। ਸੋ ਮਾਲਪੀਗਨ ਟਿਊਬਿਊਲ ਦੀ ਜਿਹੜੀ ਅਬਿਲਿਟੀ ਹੈਗੀ ਹੈ, ਠੀਕ ਹੈ, ਵੀ ਉਹ ਸਾਲਟ ਕੰਸਨਟ੍ਰੇਸ਼ਨ ਨੂੰ ਹੀਮੋਸੀਲਸ ਦੇ ਵਿੱਚ ਕੰਟਰੋਲ ਕਰਕੇ ਰੱਖ ਸਕਦੇ ਆ, ਪਰ ਇੰਨੀ ਜ਼ਿਆਦਾ ਅਬਿਲਿਟੀ ਨਹੀਂ ਹੁੰਦੀ ਇਹਨਾਂ ਦੀ। ਜਿਹੜੇ ਇਨਸੈਕਟਸ ਟਰਸਟੀਅਲ ਇਨਸੈਕਟਸ ਹੈਗੇ ਆ ਹੈ ਨਾ, ਲੈਂਡ ਦੇ ਉੱਪਰ ਰਹਿੰਦੇ ਆ, ਉਹ ਤਾਂ ਤਕਰੀਬਨ ਯੂਰਿਕ ਐਸਿਡ ਹੀ ਸਕਰੀਟ ਕਰਦੇ ਆ, ਜਦ ਕਿ ਜਿਹੜੇ ਅਕੁਆਟਿਕ ਹੈਗੇ ਆ ਉਹ ਅਮੋਨੀਆ ਸਕਰੀਟ ਕਰਦੇ ਆ। ਅੱਗੇ ਆ ਗਏ ਕਰਸਟੇਸ਼ੀਅਨਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਐਗਜ਼ਾਮਪਲ ਹੈ ਪ੍ਰੌਨ, ਠੀਕ ਹੈ। ਸੋ ਪ੍ਰੌਨ ਦੇ ਵਿੱਚ ਆ ਦੇਖੋ ਤੁਹਾਨੂੰ ਐਕਸਕ੍ਰੀਟਰੀ ਔਰਗਨ ਦਿਖਾਇਆ ਹੋਇਆ, ਦੇਖੋ ਕਿਸ ਤਰ੍ਹਾਂ ਦਾ ਐਕਸਕ੍ਰੀਟਰੀ ਔਰਗਨ ਹੈ, ਠੀਕ ਹੈ। ਸੋ ਇਹਨਾਂ ਦੇ ਐਂਟੀਨਾ ਦੇ ਉੱਤੇ ਐਂਟੀਨਰੀ ਗਲੈਂਡਸ ਲੱਗੇ ਹੁੰਦੇ ਆ, ਹੈ ਨਾ, ਜਿਹਦੇ ਕੋਲ ਇੱਕ ਰੀਨਲ ਅਪਰਚਰ ਹੈ, ਯੂਰੀਟਰ ਹੈ, ਬਲੈਡਰ ਹੈ, ਠੀਕ ਹੈ, ਐਂਡ ਸੈਕਸ ਹੈ, ਠੀਕ ਹੈ, ਗਲੈਂਡੂਲਰ ਪਲੈਕਸਿਸ ਹੈ। ਕੋਈ ਗੱਲ ਨਹੀਂ, ਇਹ ਤੁਸੀਂ ਜਸਟ ਇੱਦਾਂ ਇਹਦੀ ਰੀਡਿੰਗ ਲੈ ਲੈਣੀ ਹੈ, ਠੀਕ ਹੈ ਜੀ। ਅਤੇ 2 ਲੇਟਰਲ ਡਕਟਸ ਹੈਗੀਆਂ ਨੇ, ਇਹ ਸੈਂਟਰ ਦੇ ਵਿੱਚ ਟਰਾਂਸਫਰਸ ਹੈ ਨਾ, ਇੱਧਰ ਨੂੰ ਹੈ ਨਾ, ਇਸ ਕਰਕੇ ਇਹ ਟਰਾਂਸਫਰਸ ਡਕਟ ਹੈਗੀ ਹੈ। ਅਤੇ ਇੱਕ ਸੈਕ ਲਾਈਕ ਸਟਰਕਚਰ ਸੈਂਟਰ ਦੇ ਵਿੱਚ ਲਟਕਿਆ ਹੋਇਆ, ਜਿਹਨੂੰ ਕੀ ਕਹਿੰਦੇ ਆ, ਰੀਨਲ ਸੈਕ ਕਹਿੰਦੇ ਆ। ਇਹ ਪ੍ਰੌਨ ਦੇ ਵਿੱਚ ਐਕਸਕ੍ਰੀਟਰੀ ਔਰਗਨ ਦੇ ਪਾਰਟਸ ਸੀਗੇ, ਹੈ ਨਾ। ਸੋ ਹੁਣ ਕਹਿੰਦਾ ਕਿ ਇਹ ਕੀ ਹੈ, ਇਹਨਾਂ ਦੇ ਕੋਲ ਇੱਕ ਪੇਅਰ ਆਫ ਐਂਟੀਨਰੀ ਗਲੈਂਡਸ ਦਾ ਕੀ ਹੈ, ਪੇਅਰ ਹੈ। ਇਹਨਾਂ ਨੂੰ ਨਾ ਐਂਟੀਨਰੀ ਗਲੈਂਡਸ ਨੂੰ ਨਾ ਗ੍ਰੀਨ ਗਲੈਂਡਸ ਵੀ ਕਹਿੰਦੇ ਆ, ਠੀਕ ਹੈ। ਸੋ ਮੀਡੀਅਮ ਦੇ ਵਿੱਚ ਇੱਕ ਰੀਨਲ ਸੈਕ ਹੈ, ਜਿਹੜਾ ਕਿ ਐਕਸਕ੍ਰੀਸ਼ਨ ਅਤੇ ਓਸਮੋ ਰੈਗੂਲੇਸ਼ਨ ਨੂੰ ਕੰਟਰੋਲ ਕਰਦਾ, ਹੈ ਨਾ। ਇੱਕ ਸੋ ਜਿਹੜੇ ਗ੍ਰੀਨ ਗਲੈਂਡਸ ਹੁੰਦੇ ਆ, ਐਂਟੀਨੇ ਜਿਹੜੇ ਹੁੰਦੇ ਉਹਨਾਂ ਦੇ ਬੇਸਿਸ ਦੇ ਉੱਤੇ ਪ੍ਰੈਜ਼ੈਂਟ ਹੁੰਦੇ ਆ ਅਤੇ ਬਾਹਰ ਨੂੰ ਖੁੱਲ੍ਹ ਜਾਂਦੇ ਆ, ਹੈ ਨਾ। ਆਹ ਦੇਖੋ, ਆਹ ਐਂਟੀਨਰੀ ਗਲੈਂਡਸ ਆ ਦੋਨੋਂ, ਆਹ ਐਂਟੀਨੇ, ਹੈ ਨਾ, ਇਹਨਾਂ ਦੀ ਟਿਪ ਦੇ ਉੱਤੇ ਪ੍ਰੈਜ਼ੈਂਟ ਹੈਗੇ ਆ ਅਤੇ ਬਾਹਰ ਨੂੰ ਖੁੱਲ੍ਹ ਜਾਂਦੇ ਆ। ਇਹਦੇ ਵਿੱਚ ਕੀ ਆਇਆ, ਮੈਂ ਪਹਿਲਾਂ ਤੁਹਾਨੂੰ ਦੱਸ ਦਿੱਤਾ, ਐਂਡ ਸੈਕ ਆਇਆ, ਠੀਕ ਹੈ, ਇਹ ਲੈਬੀਰਿੰਥ, ਠੀਕ ਹੈ, ਅਤੇ ਇੱਕ ਕੀ ਆ ਗਿਆ, ਬਲੈਡਰ, ਸਮਝਦੇ ਪਏ ਹੋ, ਠੀਕ। ਸੋ ਲੈਬੀਰਿੰਥ ਦੀਆਂ ਨੇ ਇੱਥੇ ਗਲੈਂਡੂਲਰ ਫਲੈਕਸਿਸ ਜਿਹੜਾ ਹੈਗਾ ਨਾ, ਇਹਦੀ ਲੇਬਲਿੰਗ ਕੀਤੀ ਹੈਗੀ ਹੈ, ਠੀਕ ਹੈ। ਲੈਬੀਰਿੰਥ ਦੀ ਲੇਬਲਿੰਗ ਨਹੀਂ ਇਹਦੇ ਵਿੱਚ ਉਹਨੇ ਕੀਤੀ ਹੈ। ਤੋ ਬਲੈਡਰ ਇੱਕ ਕੀ ਪ੍ਰੈਜ਼ੈਂਟ ਹੈਗਾ, ਬਲੈਡਰ। ਸੋ ਇਹ ਕੀ ਕਰਦੇ ਆ ਕਿ ਵਾਟਰ ਦੇ ਵਿੱਚ ਜਿੰਨੇ ਵੀ ਡਿਜ਼ੋਲਵਡ ਸਬਸਟੈਂਸਿਸ ਹੈਗੇ ਆ, ਇਹਨਾਂ ਦੇ ਵਿੱਚ ਵੀ ਹੀਮੋਲਿੰਫ ਪ੍ਰੈਜ਼ੈਂਟ ਹੈਗਾ, ਠੀਕ ਹੈ ਨਾ। ਇੱਕ ਲਿਕੁਇਡ ਇਹਨਾਂ ਦੀ ਬੋਡੀ ਦੇ ਅੰਦਰ ਜਿਹੜਾ ਪ੍ਰੈਜ਼ੈਂਟ ਹੈਗਾ, ਉਹਦੇ ਵਿੱਚ ਵਾਟਰ ਦੇ ਵਿੱਚ ਜਿਹੜੇ ਡਿਜ਼ੋਲਵਡ ਸਬਸਟੈਂਸਿਸ ਹੈ, ਠੀਕ ਹੈ। ਸੋ ਉਹਨਾਂ ਨੂੰ ਕਿੱਥੇ ਲੈ ਕੇ ਆ ਜਾਂਦੇ ਆ, ਐਂਡ ਸੈਕਸ ਦੇ ਕੋਲ ਆ ਜਾਂਦੇ ਆ, ਠੀਕ ਹੈ। ਆਲੇ ਦੁਆਲੇ ਦੇ ਵਿੱਚੋਂ ਦੀ, ਹੈ ਨਾ, ਬੋਡੀ ਦੇ ਵਿੱਚੋਂ ਦੀ ਇਕੱਠਾ ਕਰਕੇ, ਹੀਮੋਲਿੰਫ ਦੇ ਵਿੱਚੋਂ ਦੀ ਇਕੱਠਾ ਕਰਕੇ ਵਾਟਰ, ਅਤੇ ਉਹਦੇ ਅੰਦਰ ਬਹੁਤ ਸਾਰੇ ਸੋਲੂਬਲ ਸਬਸਟੈਂਸਿਸ ਨੂੰ ਕਿੱਥੇ ਲਿਆਇਆ ਜਾਂਦਾ, ਅਲਟਰਾ ਫਿਲਟਰੇਸ਼ਨ ਪ੍ਰੋਸੈਸ ਦੇ ਦੁਆਰਾ ਐਂਡ ਸੈਕਸ ਦੇ ਕੋਲ ਲਿਆਇਆ ਜਾਂਦਾ, ਠੀਕ ਹੈ। ਸੋ ਇੱਥੇ ਜਦੋਂ ਇਹ ਪਹੁੰਚ ਜਾਂਦਾ ਬੋਡੀ ਦੇ ਵਿੱਚੋਂ ਦੀ ਸੋਲੂਸ਼ਨ, ਇਹਦੇ ਵਿੱਚ ਬਹੁਤ ਸਾਰੇ ਸਾਲਟਸ ਜਿਹੜੇ ਹੈਗੇ ਆ ਉਹ ਰੀਅਬਜ਼ੋਰਬ ਕਰ ਲਏ ਜਾਂਦੇ ਆ, ਅਤੇ ਇਹ ਜਿਹੜਾ ਫਲੂਇਡ ਹੁੰਦਾ ਨਾ, ਜੋ ਲਿਕੁਇਡ ਬਚ ਗਿਆ, ਉਹਨੂੰ ਬਲੈਡਰ ਦੇ ਕੋਲ ਭੇਜ ਦਿੱਤਾ ਜਾਂਦਾ, ਹੈ ਨਾ। ਸੋ ਐਕਸਕ੍ਰੀਟਰੀ ਫਲੂਇਡ ਜਿਹੜਾ ਇੱਥੇ ਹੋਰ ਕਿੱਥੋਂ ਆ ਜਾਂਦਾ, ਆ ਜਿਹੜੀਆਂ ਲੇਟਰਲ ਡਕਟਸ ਹੈਗੀਆਂ ਨੇ ਨਾ, ਉਹਨਾਂ ਦੇ ਥਰੂ ਵੀ ਆ ਜਾਂਦਾ, ਹੈ ਨਾ। ਕਿੱਥੋਂ ਦੀ, ਰੀਨਲ ਸੈਕ ਤੋਂ। ਰੀਨਲ ਸੈਕ ਵੀ ਹੋਰ ਬਹੁਤ ਸਾਰਾ ਫਲੂਇਡ ਜਿਹੜਾ ਹੈਗਾ ਲੇਟਰਲ ਡਕਟਸ ਦੇ ਥਰੂ, ਠੀਕ ਹੈ, ਇਸ ਬਲੈਡਰ ਦੇ ਵਿੱਚ ਭੇਜ ਦਿੰਦਾ ਹੈਗਾ, ਠੀਕ ਹੈ। ਕਿਉਂਕਿ ਇਹ ਰੀਨਲ ਸੈਕ ਕਿੱਥੇ ਪ੍ਰੈਜ਼ੈਂਟ ਹੈ, ਪ੍ਰੌਨ ਦੇ ਸਟਮਕ ਦੇ ਉੱਪਰ ਪ੍ਰੈਜ਼ੈਂਟ ਹੈਗਾ। ਤੋ ਇਸ ਤਰੀਕੇ ਦੇ ਨਾਲ ਇਸ ਰੀਨਲ ਅਪਰਚਰ ਦੀ ਮਦਦ ਦੇ ਨਾਲ ਆਹ ਨਿੱਕੇ ਨਿੱਕੇ ਜਿਹੜੇ ਛੇਕ ਹੈ, ਇਹ ਰੀਨਲ ਅਪਰਚਰ ਦੀ ਮਦਦ ਦੇ ਨਾਲ ਉਹ ਫਲੂਇਡ ਜਿਹੜਾ ਹੈਗਾ, ਉਹ ਵੇਸਟ ਜਿਹੜੀ ਹੈਗੀ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ। ਇਸੇ ਤਰੀਕੇ ਦੇ ਨਾਲ ਸਕੋਰਪੀਓਨ, ਸਪਾਈਡਰਸ, ਪਤਾ ਹੋਣਾ ਤੁਹਾਨੂੰ, ਹੈ ਨਾ, ਮੱਕੜੀ, ਉਹਨਾਂ ਦੇ ਕੋਲ ਵੀ ਮਾਲਪੀਗਿਅਨ ਟਿਊਬਿਊਲਸ ਜਾਂ ਫਿਰ ਕੋਕਸਲ ਗਲੈਂਡਸ ਉਹਨਾਂ ਨੂੰ ਕਹਿੰਦੇ ਆ, ਠੀਕ ਹੈ। ਸੋ ਐਕਸਕ੍ਰੀਸ਼ਨ ਕਰਦੇ ਆ। ਸਪਾਈਡਰਸ ਜਿਹੜੀ ਹੈਗੀ ਹੈ, ਗੁਆਨਿਨ ਬੱਚੇ ਇੱਕ ਨਾਈਟ੍ਰੋਜਨਸ ਬੇਸ ਹੈਗਾ, ਠੀਕ ਹੈ ਨਾ। ਸੋ ਉਹਨੂੰ ਸਕਰੀਟ ਕਰਦੀ ਹੈ, ਠੀਕ ਹੈ। ਸੋ ਸਪਾਈਡਰ ਜਿਹੜੀ ਮੱਕੜੀ ਹੁੰਦੀ ਹੈ, ਇਸ ਕਰਕੇ ਅਸੀਂ ਉਹਨੂੰ ਕੀ ਕਹਿੰਦੇ ਹਾਂ, ਗਵੈਨੋਟੈਲਿਕ। ਅੱਗੇ ਤੁਹਾਡੇ ਕੋਲ ਆ ਗਏ ਮੋਲਸਕਸ ਜਿਹੜੇ ਹੁੰਦੇ ਆ, ਠੀਕ ਹੈ, ਉਹਨਾਂ ਦੇ ਕੋਲ ਇੱਕ ਜਾਂ 2 ਪੇਅਰ ਦੀਆਂ ਕੀ ਹੁੰਦੇ, ਕਿਡਨੀਜ਼ ਹੁੰਦੀਆਂ ਨੇ, ਹੈ ਨਾ। ਇੱਕ ਪੇਅਰ ਵੀ ਹੋ ਸਕਦਾ, 2 ਪੇਅਰ ਵੀ ਹੋ ਸਕਦੇ ਕਿਡਨੀ ਦੇ ਐਕਸਕ੍ਰੀਸ਼ਨ ਦੇ ਲਈ। ਕਿਡਨੀ ਜਿਹੜੀ ਹੈਗੀ ਆ, ਠੀਕ ਹੈ, ਇੱਕ ਐਂਡ ਦੇ ਉੱਤੇ, ਠੀਕ ਹੈ, ਕਿਹਦੇ ਵਿੱਚ ਖੁੱਲ੍ਹ ਜਾਂਦੀ ਹੈ, ਸੀਲੋਮ, ਜਿਹੜੀ ਖਾਲੀ ਜਗ੍ਹਾ ਪ੍ਰੈਜ਼ੈਂਟ ਹੈਗੀ ਉਹਦੇ ਵਿੱਚ ਖੁੱਲ੍ਹ ਜਾਂਦੀ ਹੈ, ਕਿਹਦੇ ਦੁਆਰਾ, ਰੀਨੋ ਪੈਰੀਕਾਰਡੀਅਲ ਅਪਰਚਰਸ ਦੇ ਦੁਆਰਾ, ਹੈ ਨਾ, ਠੀਕ ਹੈ। ਜਾਂ ਫਿਰ ਮੈਂਟਲ ਕੈਵਿਟੀ ਦੇ ਵਿੱਚ ਖੁੱਲ੍ਹ ਜਾਂਦੀ ਹੈ, ਕਿਹਦੇ ਦੁਆਰਾ, ਨੈਫਰੀਡੀਓ ਪੋਰ ਦੇ ਦੁਆਰਾ, ਓਕੇ। ਸੋ ਜਿਹੜੀ ਔਰੀਕੂਲਰ ਵਾਲਸ ਜਿਹੜੀਆਂ ਹੈਗੀਆਂ ਨੇ, ਹੈ ਨਾ, ਜਿਨ੍ਹਾਂ ਨੇ ਕੀ ਬਣਾਇਆ ਹੋਇਆ, ਪੈਰੀਕਾਰਡੀਅਲ ਫਲੂਇਡ, ਮਤਲਬ ਕਿ ਜਿਹਨੂੰ ਤੁਸੀਂ ਪ੍ਰਾਇਮਰੀ ਯੂਰਿਨ ਕਹਿ ਦੋਗੇ, ਅਲਟਰਾ ਫਿਲਟਰੇਸ਼ਨ ਪ੍ਰੋਸੈਸ ਦੇ ਦੁਆਰਾ ਹਰ ਇੱਕ ਕਿਡਨੀ ਦੇ ਵਿੱਚ ਪ੍ਰਾਇਮਰੀ ਯੂਰਿਨ ਜਿਹੜਾ ਹੈਗਾ ਉਹ ਮੋਡੀਫਾਈ ਕਰ ਦਿੱਤਾ ਜਾਂਦਾ, ਅਤੇ ਫਾਈਨਲ ਯੂਰਿਨ ਬਣ ਜਾਂਦਾ, ਕਿਉਂਕਿ ਉਹਦੇ ਵਿੱਚੋਂ ਦੀ ਜੋ ਵੀ ਰੀਅਬਜ਼ੋਰਪਸ਼ਨ ਹੋਣੀ ਉਹਨੂੰ ਕਰ ਲਈ ਜਾਂਦੀ ਹੈ, ਅਤੇ ਫਾਈਨਲ ਯੂਰਿਨ ਜਿਹੜਾ ਹੈਗਾ ਮੈਂਟਲ ਕੈਵਿਟੀ ਦੇ ਵਿੱਚ ਪਹੁੰਚ ਜਾਂਦਾ ਹੈਗਾ ਨੈਫਰੀਡੀਓ ਪੋਰ ਦੇ ਦੁਆਰਾ। ਵੇਸਟ ਮਟੀਰੀਅਲ ਜਿਹੜਾ ਹੈ, ਜੇ ਤਾਂ ਮੋਲਸਕਸ ਜਿਹੜੇ ਹੈਗੇ ਪਾਣੀ ਦੇ ਵਿੱਚ ਰਹਿੰਦੇ ਆ ਤਾਂ ਵੇਸਟ ਮਟੀਰੀਅਲ ਅਮੋਨੀਆ ਹੋ ਸਕਦਾ, ਜੇਕਰ ਲੈਂਡ ਦੇ ਉੱਤੇ ਰਹਿੰਦੇ ਆ ਤਾਂ ਯੂਰਿਕ ਐਸਿਡ ਹੋ ਸਕਦਾ। ਸੋ ਕਿਡਨੀਜ਼ ਜਿਹੜੀਆਂ ਹੈਗੀਆਂ ਨੇ, ਠੀਕ ਹੈ, ਓਸਮੋ ਰੈਗੂਲੇਸ਼ਨ ਵੀ ਕਰਦੀਆਂ, ਜਿਹੜੇ ਮੋਲਸਕਸ ਫਰੈਸ਼ ਵਾਟਰ ਦੇ ਵਿੱਚ ਰਹਿੰਦੇ ਆ, ਠੀਕ ਜੀ। ਅਤੇ ਲਾਸਟ ਤੁਹਾਡੇ ਕੋਲ ਆ ਗਏ ਅਕਾਈਨੋਡਰਮਸ। ਸੋ ਕਾਈਨੋਡਰਮਸ ਦੇ ਵਿੱਚ ਜਿਵੇਂ ਤੁਹਾਡੇ ਕੋਲ ਆ ਗਈ ਸਟਾਰਫਿਸ਼, ਇਹਨਾਂ ਦੇ ਕੋਲ ਕੋਈ ਖਾਸ ਐਕਸਕ੍ਰੀਟਰੀ ਔਰਗਨ ਤਾਂ ਨਹੀਂ ਹੁੰਦੇ, ਨਾਈਟ੍ਰੋਜਨਸ ਵੇਸਟ ਮਟੀਰੀਅਲ ਜ਼ਿਆਦਾ ਕਰਕੇ ਅਮੋਨੀਆ ਹੀ ਹੁੰਦਾ, ਜਿਹੜਾ ਕਿ ਜਿਹੜੇ ਗਿਲਸ ਦੀ ਵਾਲਸ ਦੇ ਦੁਆਰਾ
ਠੀਕ ਹੈ, ਡਿਫਿਊਜ਼ਨ ਪ੍ਰੋਸੈਸ ਦੇ ਦੁਆਰਾ ਬਾਹਰ ਨਿਕਾਲ ਦਿੱਤਾ ਜਾਂਦਾ ਹੈ। ਸੋ ਇਸ ਤਰੀਕੇ ਦੇ ਨਾਲ ਐਕਸਕ੍ਰੀਟਰੀ ਸਿਸਟਮ ਤੁਹਾਡੇ ਕੋਲ ਇਨਵਰਟੀਬ੍ਰੇਟਸ ਦੇ ਵਿੱਚ ਸਾਰਾ ਕੰਪਲੀਟ ਹੋ ਗਿਆ। ਠੀਕ ਹੈ, ਅੱਗੇ ਤੁਹਾਡੇ ਕੋਲ ਆ ਗਿਆ ਵਰਟੀਬ੍ਰੇਟਸ। ਸੋ ਇਹਨਾਂ 'ਚ ਤੁਹਾਨੂੰ ਪਤਾ ਹੀ ਹੈ ਕਿ ਕਿਡਨੀ ਜਿਹੜੀ ਹੈਗੀ ਹੈ ਮੇਨ ਐਕਸਕ੍ਰੀਟਰੀ ਅਤੇ ਓਸਮੋਰੈਗੂਲੇਟਰੀ ਔਰਗਨ ਹੈ। ਸੋ ਹਿਊਮਨ ਐਕਸਕ੍ਰੀਟਰੀ ਸਿਸਟਮ ਜਿਹੜਾ ਹੈਗਾ ਹੁਣ ਅਸੀਂ ਡਿਟੇਲ ਦੇ ਵਿੱਚ ਵਰਟੀਬ੍ਰੇਟਸ ਦੇ ਵਿੱਚ ਪੜ੍ਹਨਾ ਹੈਗਾ। ਠੀਕ ਹੈ, ਸੋ ਕਿਡਨੀ ਸਭ ਤੋਂ ਪਹਿਲਾਂ ਅਪੀਅਰੈਂਸ ਅਤੇ ਪੋਜੀਸ਼ਨ ਆ ਗਈ ਤੁਹਾਡੇ ਕੋਲ ਡਾਰਕ ਰੈੱਡ ਕਲਰ ਦੀਆਂ ਸਲਾਈਟਲੀ ਫਲੈਟਨਡ ਥੋੜ੍ਹੇ ਜਿਹੇ ਫਲੈਟ ਬੀਨ ਸ਼ੇਪਡ ਹੈ ਨਾ, ਜਿਵੇਂ ਬੀਨਸ ਦੇ ਦਾਣੇ ਹੁੰਦੇ ਨਾ ਇੱਦਾਂ ਦੇ ਔਰਗਨ ਹੁੰਦੇ ਆ। 10 to 12 ਸੈਂਟੀਮੀਟਰ ਲੌਂਗ ਹੈ, 5 to 7 ਸੈਂਟੀਮੀਟਰ ਵਾਈਡ ਹੈ, 2 to 3 ਸੈਂਟੀਮੀਟਰ ਥਿਕ ਹੁੰਦੀ ਹੈ। ਅਤੇ ਹਰ ਇੱਕ ਕਿਡਨੀ ਦਾ ਵੇਟ ਜਿਹੜਾ ਹੈਗਾ ਅਡਲਟ ਮੇਲ ਦੇ ਵਿੱਚ 120 to 170 ਗ੍ਰਾਮ ਹੈ, ਅਤੇ ਫੀਮੇਲ ਦੇ ਵਿੱਚ ਠੀਕ ਹੈ ਕਿੰਨਾ 120 to 135 ਗ੍ਰਾਮਸ ਹੈ। ਠੀਕ ਹੈ, ਦੇਖੋ ਲੇਡੀ ਦੇ ਵਿੱਚ ਕਿਡਨੀ ਦਾ ਵੇਟ ਥੋੜ੍ਹਾ ਘੱਟ ਹੈ। ਠੀਕ ਹੈ, ਮੇਲਸ ਦੇ ਵਿੱਚ ਕਿਡਨੀ ਦਾ ਵੇਟ ਜ਼ਿਆਦਾ ਦੇਖੋ ਹੈ ਨਾ। ਸੋ ਅਸੀਂ ਕਹਿ ਦਿੰਦੇ ਹਾਂ ਨਾ ਕਿ ਮਤਲਬ ਮੇਲ ਅਤੇ ਫੀਮੇਲ ਦੇ ਸਟੈਮੀਨਾ ਦੇ ਵਿੱਚ ਫ਼ਰਕ ਹੈ। ਤਾਂ ਮੈਂ ਕੁਝ ਮਤਲਬ ਹੁਣ ਦੇਖੋ ਰੱਬ ਵੱਲੋਂ ਹੀ ਕੁਝ ਔਰਗਨਸ ਜਿਹੜੇ ਹੈਗੇ ਆ ਉਹਦੇ ਵੀ ਮੇਲ ਅਤੇ ਫੀਮੇਲ ਦੇ ਜਿਹੜੇ ਰੱਬ ਨੇ ਹੀ ਕੁਛ ਔਰਗਨਸ ਦੇ ਵੇਟ ਦੇ ਵਿੱਚ ਵੀ ਫ਼ਰਕ ਕੀਤਾ ਹੋਇਆ ਹੈ ਨਾ। ਮੇਲ ਦੇ ਵਿੱਚ ਕਿਡਨੀ ਦਾ ਵੇਟ ਕਿੰਨਾ 120 to 170 ਗ੍ਰਾਮ, ਜਦ ਕਿ ਫੀਮੇਲ ਦੇ ਵਿੱਚ ਕਿੰਨਾ ਹੈਗਾ 120 to 135 ਗ੍ਰਾਮ। ਓਕੇ, ਠੀਕ। ਸੋ ਇਹ ਕਿੱਥੇ ਪ੍ਰੈਜ਼ੈਂਟ ਹੈਗੀਆਂ ਨੇ? ਐਬਡੋਮਨ ਤਾਂ ਪਤਾ ਹੀ ਤੁਹਾਨੂੰ ਕਈ ਵਾਰੀ ਦੱਸਿਆ ਹੋਇਆ। ਠੀਕ ਹੈ, ਥੋਰੈਕਸ ਅਤੇ ਨੀਚੇ ਵਾਲਾ ਪੋਰਸ਼ਨ ਐਬਡੋਮਨ। ਸੋ ਐਬਡੋਮੀਨਲ ਕੈਵਿਟੀ ਦੇ ਵਿੱਚ ਠੀਕ ਹੈ ਜਿਹੜੀ ਉਹਦੀ ਬੈਕ ਵਾਲ ਹੈ ਨਾ, ਠੀਕ ਹੈ ਨਾ, ਸੋ ਉਹਦੇ ਅਗੇਂਸਟ ਠੀਕ ਹੈ ਇਹ ਪ੍ਰੈਜ਼ੈਂਟ ਹੁੰਦੀਆਂ ਨੇ ਡਾਇਆਫਰੈਗਮ ਤੋਂ ਥੱਲੇ ਹੈ ਨਾ। ਠੀਕ ਹੈ, ਅਤੇ ਇੱਕ ਤੁਹਾਨੂੰ ਪਤਾ ਹੀ ਕਿ ਦੋਨਾਂ ਸਾਈਡਾਂ 'ਤੇ ਉੱਤੇ ਕਿਡਨੀ ਪ੍ਰੈਜ਼ੈਂਟ ਹੈ ਕਿਉਂਕਿ ਪੇਅਰ ਪ੍ਰੈਜ਼ੈਂਟ ਹੈ ਨਾ ਕਿਡਨੀ ਦਾ। ਠੀਕ ਹੈ, ਸੋ ਦੋਨਾਂ ਸਾਈਡਾਂ ਦੇ ਉੱਤੇ ਪ੍ਰੈਜ਼ੈਂਟ ਹੈ। ਠੀਕ ਹੈ, ਸੋ ਕਿਹਦੇ ਓਪੋਜ਼ਿਟ ਹੈ ਜਿਹੜਾ ਤੁਹਾਡਾ ਲਾਸਟ ਥੋਰੈਸਿਕ। ਠੀਕ ਹੈ, ਅਤੇ ਫਸਟ 3 ਲੰਬਰ ਵਰਟੀਬਰੇ, ਕਿਉਂਕਿ ਤੁਹਾਨੂੰ ਪਤਾ ਨਾ ਤੁਹਾਡੀ ਬੈਕਬੋਨ ਜਿਹੜੀ ਹੈਗੀ ਆ ਵਰਟੀਬਰੇ ਦੀ ਬਣੀ ਹੋਈ ਹੈ ਨਾ। ਠੀਕ ਹੈ, ਸੋ ਵਰਟੀਬਰੇ ਕਈ ਤਰ੍ਹਾਂ ਦੇ ਹੁੰਦੇ ਆ, ਥੋਰੈਸਿਕ ਵੀ ਹੁੰਦੇ ਆ, ਲੰਬਰ ਵੀ ਹੁੰਦੇ ਆ। ਠੀਕ ਹੈ, ਸੋ ਲਾਸਟ ਵਾਲਾ ਜਿਹੜਾ ਹੈਗਾ ਥੋਰੈਸਿਕ ਜਿਹੜਾ ਵਰਟੀਬਰੇ ਹੈਗਾ, ਅਤੇ ਪਹਿਲੇ 3 ਜਿਹੜੇ ਹੈਗੇ ਆ ਲੰਬਰ ਵਰਟੀਬਰੇਜ਼ ਹੈ, ਬਚੇ ਹੋਏ ਨੇ ਵਰਟੀਬਰੇ ਦੇ ਨਾਮ ਹੈ ਨਾ। ਸੋ ਉਹਨਾਂ ਦੇ ਠੀਕ ਹੈ ਦੋਨਾਂ ਸਾਈਡਾਂ ਦੇ ਉੱਤੇ ਠੀਕ ਹੈ ਕਿਡਨੀ ਜਿਹੜੀ ਹੈਗੀ ਆ ਪ੍ਰੈਜ਼ੈਂਟ ਹੈ। ਠੀਕ, ਅੱਛਾ। ਜਿਹੜੀਆਂ ਤੁਹਾਡੀ ਲੰਗਸ ਦੀਆਂ ਰਿਬਸ ਜਿਹੜੀਆਂ ਹੁੰਦੀਆਂ ਨੇ ਨਾ ਉਹਦੇ ਵੀ ਜਿਹੜੇ ਥੱਲੇ ਵਾਲੇ 2 ਪੇਅਰਸ ਹੈ ਨਾ ਉਹ ਵੀ ਕਿਡਨੀ ਦੀ ਪ੍ਰੋਟੈਕਸ਼ਨ ਕਰਦੀਆਂ, ਮਤਲਬ ਨੀਚੇ ਲੰਗਸ ਤੋਂ ਨੀਚੇ ਪ੍ਰੈਜ਼ੈਂਟ ਹੈਗੀ ਨਾ। ਡਾਇਆਫਰੈਗਮ ਕੀ ਤੁਹਾਨੂੰ ਪਤਾ ਲੰਗਸ ਦੇ ਥੱਲੇ ਹੀ ਪ੍ਰੈਜ਼ੈਂਟ ਹੈ। ਕਿਡਨੀਜ਼ ਜਿਹੜੀਆਂ ਹੈਗੀਆਂ ਨੇ ਐਬਡੋਮੀਨਲ ਮਸਲਸ ਦੇ ਅਗੇਂਸਟ ਰੈਸਟ ਕਰ ਰਹੀਆਂ ਨੇ ਹੈ ਨਾ, ਇਹ ਪੈਰੀਟੋਨੀਅਮ ਦੇ ਦੁਆਰਾ। ਠੀਕ ਹੈ, ਜੇਕਰ ਅਸੀਂ ਫਰੰਟ ਤੋਂ ਦੇਖੀਏ ਤਾਂ ਕਿਹਦੇ ਨਾਲ ਕਵਰਡ ਹੈ? ਪੈਰੀਟੋਨੀਅਮ ਦੇ ਨਾਲ ਕਵਰਡ ਹੈ ਕਿਡਨੀਜ਼। ਸੋ ਕਿਡਨੀ ਜਿਹੜੀ ਹੈਗੀ ਉਹਨਾਂ ਨੇ ਕੀ ਕਹਿ ਦਿੱਤਾ? ਰੈਟਰੋ ਪੈਰੀਟੋਨੀਅਲ ਕਹਿ ਦਿੱਤਾ ਨਾ। ਠੀਕ ਹੈ, ਕਿਉਂਕਿ ਇਹ ਪੈਰੀਟੋਨੀਅਮ ਦੇ ਪਿੱਛੇ ਹੁੰਦੀ ਹੈ, ਪੈਰੀਟੋਨੀਅਮ ਨੇ ਇਹਨੂੰ ਕਵਰ ਕੀਤਾ ਹੁੰਦਾ। ਓਕੇ, ਕਿਡਨੀ ਦੀ ਪੋਜੀਸ਼ਨ ਜਿਹੜੀ ਹੈ ਨਾ ਥੋੜ੍ਹੀ ਜਿਹੀ ਏਸਿਮੈਟ੍ਰੀਕਲ ਹੈਗੀ ਹੈ। ਕਹਿੰਦੇ ਕਿ ਜਿਹੜੀ ਲੈਫਟ ਸਾਈਡ ਦੀ ਜਿਹੜੀ ਕਿਡਨੀ ਹੈ ਨਾ ਉਹ ਥੋੜ੍ਹੀ ਜਿਹੀ ਉੱਪਰ ਨੂੰ ਹੁੰਦੀ ਹੈ, ਰਾਈਟ ਸਾਈਡ ਦੀ ਕਿਡਨੀ ਜਿਹੜੀ ਹੈ ਥੋੜ੍ਹੀ ਨੀਚੇ ਹੁੰਦੀ ਹੈ ਨਾ। ਇਸ ਕਰਕੇ ਜਿਹੜੀ ਲੈਫਟ ਸਾਈਡ ਦੀ ਕਿਡਨੀ ਹੈ ਨਾ ਉਹ ਸਾਈਜ਼ ਦੇ ਵਿੱਚ ਵੀ ਲਾਰਜਰ ਹੁੰਦੀ ਹੈ ਰਾਈਟ ਸਾਈਡ ਦੀ ਕਿਡਨੀ ਦੇ ਨਾਲੋਂ। ਓਕੇ, ਹਰ ਇੱਕ ਕਿਡਨੀ ਜਿਹੜੀ ਹੈਗੀ ਆ ਉਹਦੇ ਸੈਂਟਰ ਦੇ ਵਿੱਚ ਕਨਕੈਵਿਟੀ ਆ ਬੱਚੇ ਜਿਹੜਾ ਆ ਡੂੰਘਾਪਨ ਦੇਖੋ ਜਿੱਦਾਂ ਬੀਨ ਸ਼ੇਪਡ ਹੈ ਨਾ, ਜਿਵੇਂ ਰਾਜਮਾਂਹ ਦਾ ਦਾਣਾ ਹੁੰਦਾ ਜਾਂ ਬੀਨਸ ਦਾ ਜਿਹੜਾ ਦਾਣਾ ਹੈਗਾ ਇਸ ਤਰ੍ਹਾਂ ਸੀਡਸ ਇੱਦਾਂ ਦੇ ਹੁੰਦੇ ਆ ਬੀਨਸ ਦੇ ਹੈ ਨਾ। ਸੋ ਦੇਖੋ ਸੈਂਟਰ ਦੇ ਵਿੱਚ ਕਹਿੰਦਾ ਕਨਕੈਵਿਟੀ ਮੀਨਸ ਆ ਡੂੰਘਾਪਨ ਪ੍ਰੈਜ਼ੈਂਟ ਆ ਦੇਖੋ ਇਹ 10th ਕਲਾਸ ਦੇ ਵਿੱਚ ਵੀ ਹਿਊਮਨ ਯੂਰੀਨਰੀ ਸਿਸਟਮ ਜਾਂ ਫਿਰ ਐਕਸਕ੍ਰੀਟਰੀ ਸਿਸਟਮ ਜਿਹੜਾ ਹੈਗਾ ਇਹ ਦੇਖਿਆ ਹੋਇਆ ਹੈ, ਬਣਾਇਆ ਹੋਇਆ। 5 ਮਾਰਕਸ ਦਾ ਕੁਐਸਚਨ ਆ ਜਾਂਦਾ ਹੁੰਦਾ ਸੀ। ਆ ਦੇਖੋ 2 ਕਿਡਨੀਜ਼ ਪ੍ਰੈਜ਼ੈਂਟ ਹੈਗੀਆਂ ਨੇ ਹੈ ਨਾ, ਉਹਦੇ ਵਿੱਚ ਹੁੰਦੀ ਯੂਰੀਟਰਾ ਟਿਊਬ ਲਾਈਕ ਸਟਰਕਚਰ ਜਿਹੜੇ ਹੈਗੇ ਯੂਰੀਟਰਸ ਨਿਕਲਦੇ ਪਏ, ਯੂਰੀਨਰੀ ਬਲੈਡਰ ਥੱਲੇ ਯੂਰੀਥਰਾ ਲੱਗਾ ਹੋਇਆ ਹੈ ਨਾ। ਸੋ ਇਹ ਇਨਫੀਰੀਅਰ ਵੇਨਾ ਕੇਵਾ ਆ ਰਹੀਆਂ ਹਾਰਟ ਤੋਂ ਬਲੱਡ ਲੈ ਕੇ ਹੈ ਨਾ। ਡੋਰਸਲ ਏਓਟਾ ਇਹ ਤਾਂ ਤੁਸੀਂ ਦੇਖਿਆ ਲੈਫਟ ਕਿਡਨੀ ਰਾਈਟ ਕਿਡਨੀ ਸਮਝਦੇ ਪਿਓ। ਠੀਕ ਹੈ, ਸੋ ਇਹ ਪੈਲਵਿਸ ਇਹ ਕੀ ਪੁਆਇੰਟ ਹੈ ਕਿਡਨੀ ਦੇ ਵਿੱਚ? ਪੈਲਵਿਸ ਹੈਗਾ। ਓਕੇ, ਠੀਕ। ਸੋ ਇਸ ਤਰੀਕੇ ਦੇ ਨਾਲ ਇਹ ਰੀਨਲ ਆਰਟਰੀ, ਰੀਨਲ ਸ਼ਬਦ ਜਿਹੜਾ ਹੈਗਾ ਕਿਡਨੀ ਦੇ ਲਈ ਯੂਜ਼ ਕੀਤਾ ਜਾਂਦਾ ਸਮਝਦੇ ਪਿਓ। ਜਿਹੜੀਆਂ ਆਰਟਰੀਜ਼ ਕਿਡਨੀ ਦੇ ਕੋਲ ਆਉਣਗੀਆਂ ਰੀਨਲ, ਜਿਹੜੀਆਂ ਪਲਮਨਰੀ ਹੈਗੀਆਂ ਉਹ ਲੰਗਸ ਵਾਲੀਆਂ ਹੁੰਦੀਆਂ ਨੇ। ਓਕੇ, ਸੋ ਰੀਨਲ ਆਰਟਰੀ ਰੀਨਲ ਵੇਨ। ਓਕੇ, ਕਿਉਂਕਿ ਬਲੱਡ ਜਿਹੜਾ ਹੈਗਾ ਉਹਨੂੰ ਹੀ ਤਾਂ ਪਿਊਰੀਫਾਈ ਕਰਨਾ ਹੈਗਾ, ਉੱਥੋਂ ਹੀ ਤਾਂ ਯੂਰਿਨ ਫਾਰਮੇਸ਼ਨ ਹੋਣੀ ਹੈ ਨਾ। ਠੀਕ, ਸੋ ਕਿਡਨੀ ਦੇ ਸੈਂਟਰ ਦੇ ਵਿੱਚ ਇੱਕ ਕਨਕੈਵਿਟੀ ਜਿਹੜੀ ਹੈਗੀ ਪ੍ਰੈਜ਼ੈਂਟ ਹੈ ਜਿਹਨੂੰ ਕਿ ਹਾਈਲਸ ਕਹਿੰਦੇ ਆ ਜਾਂ ਫਿਰ ਹਾਈਲਮ ਕਹਿੰਦੇ ਆ। ਜਦੋਂ ਕਿਡਨੀ ਦਾ ਸਟਰਕਚਰ ਤੁਹਾਨੂੰ ਦਿਖਾਵਾਂਗੇ ਨਾ ਆ ਇੱਥੇ ਆ ਦੇਖੋ ਆ ਜਿਹੜਾ ਇੱਥੋਂ ਲੰਬੀ ਜਿਹੀ ਪਾਈਪ ਜੀ ਨਿਕਲਦੀ ਪਈ ਆ ਹੈ ਨਾ। ਠੀਕ ਹੈ, ਡੂੰਘਾਪਨ ਇੱਥੇ ਹੈ। ਠੀਕ ਹੈ, ਤਾਂ ਉੱਥੋਂ ਜਿਹੜੀ ਪਾਈਪ ਨਿਕਲਦੀ ਪਈ ਉਹ ਤਾਂ ਯੂਰੀਟਰ ਹੈ, ਪਰ ਕਿਡਨੀ 'ਚ ਜਿਹੜਾ ਡੂੰਘਾਪਨ ਹੈ ਨਾ ਇਹਨੂੰ ਕਹਿੰਦੇ ਹਾਈਲਮ ਜਾਂ ਫਿਰ ਹਾਈਲਸ। ਠੀਕ ਹੈ, ਬਲੱਡ ਵੈਸਲਸ ਲਿੰਫ ਵੈਸਲਸ ਨਰਵਜ਼ ਯੂਰੀਟਰਸ ਵਗੈਰਾ ਜਿਹੜੇ ਹੈਗੇ ਉਹ ਕਿਡਨੀ ਦੇ ਅੰਦਰ ਐਂਟਰ ਵੀ ਕਰਦੇ ਆ, ਕਿਡਨੀ ਨੂੰ ਲੀਵ ਵੀ ਕਰਦੇ ਆ ਇਸ ਹਾਈਲਸ ਦੇ ਥਰੂ। ਕਿਡਨੀ ਜਿਹੜੀ ਹੁੰਦੀ ਹੈ ਮੈਮਲਸ ਦੇ ਵਿੱਚ ਮੈਟਾਨੈਫਰਿਕ ਹੁੰਦੀ ਹੈ। ਠੀਕ ਹੈ, ਸੋ ਉਹਦਾ ਮਤਲਬ ਬੱਚੇ ਕੀ ਹੈ ਤੁਹਾਨੂੰ ਥੋੜ੍ਹਾ ਪਤਾ ਹੋਣਾ ਚਾਹੀਦਾ ਵੀ ਐਂਬਰੀਓ ਜਿਹੜਾ ਹੁੰਦਾ ਨਾ ਜਦੋਂ ਮਤਲਬ ਕਿ ਇੱਕ ਬੱਚਾ ਡਿਵੈਲਪ ਕਰਦਾ ਆਪਣੀ ਮਦਰ ਦੇ ਅੰਦਰ। ਠੀਕ ਹੈ, ਸੋ ਉਹਦੇ ਬਹੁਤ ਸਾਰੇ ਬੋਡੀ ਪਾਰਟਸ ਜਿਹੜੇ ਬਣਦੇ ਆ ਨਾ। ਠੀਕ ਹੈ, ਕਿਤੇ ਆਈਜ਼ ਬਣ ਰਹੀਆਂ ਨੇ, ਹਾਰਟ ਬਣ ਰਿਹਾ, ਉਹ 3 ਤਰ੍ਹਾਂ ਦੀਆਂ ਲੇਅਰਸ ਤੋਂ ਬਣਦਾ ਐਕਟੋਡਮ ਮੀਜ਼ੋਡਮ ਅਤੇ ਐਂਡੋਡਮ।
ਓਕੇ। ਸੋ ਕਿਡਨੀ ਜਦੋਂ ਬਣਦੀ ਹੈ ਨਾ ਹਿਊਮਨ ਬੀਇੰਗਸ ਦੇ ਅੰਦਰ, ਉਹ ਮੀਜ਼ੋਡਰਮ ਤੋਂ ਬਣਦੀ ਹੈ, ਮੀਜ਼ੋਡਰਮ ਲੇਅਰ ਤੋਂ ਬਣਦੀ। ਤੁਹਾਡੇ ਵਾਸਤੇ ਇੰਨਾ ਹੀ ਬਹੁਤ ਹੈ ਹਜੇ ਤੱਕ, ਫਿਰ ਤੁਹਾਨੂੰ ਪਲੱਸ 2 'ਚ ਜਾ ਕੇ ਡਿਟੇਲ ਦੇ ਵਿੱਚ ਹੈਗਾ। ਇਸ ਕਰਕੇ ਇਹਨੂੰ ਕਹਿੰਦੇ ਮੈਟਾਨੈਫਰਿਕ। ਓਕੇ। ਸੋ ਸਟਰਕਚਰ ਜਿਹੜਾ ਹੈਗਾ, ਠੀਕ ਹੈ, ਇਹ ਤੁਹਾਨੂੰ ਹੁਣ ਮੈਂ ਬਾਅਦ ਦੇ ਵਿੱਚ ਕਰਵਾਵਾਂਗੀ, ਕਿਡਨੀ ਦਾ ਸਟਰਕਚਰ, ਠੀਕ ਹੈ। ਅਤੇ ਬਾਕੀ ਉਹਦੇ ਜਿਹੜੇ ਪਾਰਟਸ ਹੈਗੇ ਆ, ਕਿਡਨੀ, ਪਹਿਲਾਂ ਕਿਡਨੀ ਦੇ ਬਾਰੇ 'ਚ ਹੋ ਗਿਆ ਨਾ ਥੋੜ੍ਹਾ, ਉਹਦੀ ਅਪੀਅਰੈਂਸ ਹੋ ਗਈ, ਪੋਜੀਸ਼ਨ ਹੋ ਗਈ, ਸਟਰਕਚਰ ਹੈ ਗਿਆ। ਫਿਰ ਯੂਰੀਨਰੀ ਸਿਸਟਮ ਅਤੇ ਬਾਕੀ ਪਾਰਟਸ, ਯੂਰੀਟਰਸ, ਠੀਕ ਹੈ ਜੀ, ਯੂਰੀਨਰੀ ਬਲੈਡਰ, ਅਤੇ ਲਾਸਟ ਤੁਹਾਡੇ ਕੋਲ ਆ ਗਿਆ ਯੂਰੀਥਰਾ। ਇਹ ਅਸੀਂ ਫੇਰ ਕਰਾਂਗੇ। ਇੰਨਾ ਸੁਣੋ ਪਹਿਲਾਂ।